ਲੈਸਨ ਹੈ ਬਸਟਿੰਗ ਯੂਰ ਟਾਈਮ ਵਰਕਸ਼ੀਟ 3 ਲਿਸਨਿੰਗ ਸਕਿੱਲ ਦੇ ਵਿੱਚ ਅਸੀਂ ਐਕਸਰਸਾਈਜ਼ 'ਚ ਫਸਟ ਕੁਐਸਚਨ ਹੈ ਹੂ ਇਜ਼ ਦਾ ਆਥਰ ਆਫ ਦਾ ਚੈਪਟਰ ਬਸਟਿੰਗ ਯੂਰ ਟਾਈਮ। ਬਸਟਿੰਗ ਯੂਰ ਟਾਈਮ ਲੈਸਨ ਦਾ ਜਿਹੜਾ ਲੇਖਕ ਹੈ ਕੌਣ ਹੈ? ਡਾਕਟਰ ਡੀ.ਬੀ. ਜਿੰਦਲ। ਬੀ ਆਏਗਾ ਰਾਜੇ। ਸੈਕਿੰਡ ਡੈਸ਼ ਵੰਸ ਲੌਸਟ ਕੈਨ ਵੀ ਰੀਗੇਨਡ, ਇੱਕ ਵਾਰ ਜਦੋਂ ਚਲਾ ਜਾਵੇ ਤਾਂ ਦੁਬਾਰਾ ਅਸੀਂ ਕਮਾ ਸਕਦੇ ਹਾਂ, ਦੈਟ ਇਜ਼ ਮਨੀ। ਪੈਸਾ ਇੱਕ ਵਾਰ ਜੇ ਆਪਣੇ ਤੋਂ ਗੁੰਮ ਜੇ ਤਾਂ ਆਪਾਂ ਦੁਬਾਰਾ ਕਮਾ ਲਾਂਗੇ, ਕੋਈ ਗੱਲ ਨਹੀਂ। ਥਰਡ ਹੈ ਟਾਈਮ ਐਂਡ ਡੈਸ਼ ਵੇਟ ਫੋਰ ਨਨ, ਤਾਂ ਸਮਾਂ ਅਤੇ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ, ਇਹਦਾ ਹੈਗਾ ਟਾਈਡ। ਟਾਈਡ ਮੈਨੇ ਲਹਿਰਾਂ। ਥਰਡ ਦਾ ਹੈਗਾ ਬੀ। ਫੋਰਥ ਵੀ ਹੈਵ ਟੂ ਡੂ ਲੋਟਸ ਆਫ ਜੋਬਸ ਇਨ ਆਵਰ ਲਾਈਫ, ਸਾਨੂੰ ਜ਼ਿੰਦਗੀ 'ਚ ਬਹੁਤ ਸਾਰੇ ਕੰਮ ਕਰਨੇ ਪੈਂਦੇ ਨੇ, ਤਾਂ ਇਟਸ ਟਰੂ, ਸਹੀ ਗੱਲ ਹੈ, ਸਾਨੂੰ ਜ਼ਿੰਦਗੀ 'ਚ ਬਹੁਤ ਕੰਮ ਕਰਨੇ ਪੈਂਦੇ ਨੇ। ਪੰਜਵਾਂ ਟੂਡੇ ਐਵਰੀ ਸਿੰਗਲ ਸੈਕਿੰਡ ਹੈਜ਼ ਇਟਸ ਔਨ ਇੰਪੋਰਟੈਂਸ, ਅੱਜ ਦੇ ਟਾਈਮ ਦੇ ਵਿੱਚ ਸਿੰਗਲਸ ਇੱਕ ਸੈਕਿੰਡ ਦੀ ਬਹੁਤ ਮਹੱਤਤਾ ਹੈ, ਤਾਂ ਤੁਹਾਨੂੰ ਪਤਾ ਹੀ ਹੈ ਬੂੰਦ ਬੂੰਦ ਨਾਲ ਸਾਗਰ ਬਣਦਾ, ਅਤੇ ਸੈਕਿੰਡ ਮਿਲਾ ਕੇ ਘੰਟੇ ਬਣਦੇ ਨੇ, ਘੰਟਿਆਂ ਦੇ ਸਾਲ ਬਣ ਜਾਂਦੇ ਨੇ, ਦਿਨ ਮਹੀਨੇ ਜੋ ਜੁੜ ਕੇ ਨਾ, ਤਾਂ ਪੰਜਵਾਂ ਦਾ ਟਰੂ। ਲਿਸਨ ਟੂ ਦਾ ਆਡੀਓ। ਹੁਣ ਫਿਰ ਅਸੀਂ ਕੁਐਸਚਨ ਦੇ ਆਨਸਰ ਦੇਣੇ ਨੇ। ਬਿਟਵੀਨ ਹੂਮ ਦਾ ਕਨਵਰਸੇਸ਼ਨ ਇਜ਼ ਗੋਇੰਗ ਔਨ, ਕਿਹਦੇ ਵਿਚਕਾਰ ਕਨਵਰਸੇਸ਼ਨ ਹੋ ਰਹੀ ਸੀ? ਮਨਦੀਪ ਅਤੇ ਕੁਲਦੀਪ, ਜਾਂ ਕਿਹਦੇ ਵਿਚਕਾਰ? ਪਹਿਲਾਂ ਆਏਗਾ ਜਰਾ ਜੀ, ਪ੍ਰਦੀਪ ਅਤੇ ਮਨਦੀਪ ਦੇ ਵਿਚਕਾਰ ਕਨਵਰਸੇਸ਼ਨ ਗੱਲਬਾਤ ਹੋ ਰਹੀ ਸੀ। ਹੂ ਇਜ਼ ਆਸਕਿੰਗ ਟਾਈਮ, ਤਾਂ ਟਾਈਮ ਕਿਹਨੇ ਪੁੱਛਿਆ ਸੀ? ਪ੍ਰਦੀਪ ਨੇ। ਫਿਲ ਇਨ ਦਾ ਫੋਲੋਇੰਗ ਬਲੈਂਕਸ, ਖਾਲੀ ਥਾਵਾਂ ਭਰਨੀਆਂ ਨੇ ਸੁਇਟੇਬਲ ਆਪਸ਼ਨ ਦੇ ਨਾਲ। ਆਈ ਵਿਲ ਪ੍ਰੀਪੇਅਰ ਫੋਰ ਦਾ, ਮੈਂ ਕਾਹਦੀ ਤਿਆਰੀ ਕਰ ਰਿਹਾ ਹਾਂ? ਐਗਜ਼ਾਮਸ ਦੀ, ਪੇਪਰਾਂ ਦੀ। ਚੌਥਾ ਹੈ ਹੂ ਸੈਡ ਦੀਜ਼ ਵਰਡਸ ਲੈਟਸ ਪਲੇ ਨਾਓ, ਆਪਾਂ ਖੇਡੀਏ, ਇਹ ਕਿਹਨੇ ਕਿਹਾ ਸੀ? ਇਹ ਕਿਹਾ ਸੀ ਮਨਦੀਪ ਨੇ। ਵੀ ਸ਼ੁੱਡ ਡੈਸ਼ ਔਨ ਡਿਊਟੀ, ਆਪਾਂ ਨੂੰ ਕੀ ਕਰਨਾ ਚਾਹੀਦਾ? ਆਪਣੀ ਸਟੱਡੀ ਦੇ ਉੱਤੇ ਆਪਣੀ ਪੜ੍ਹਾਈ ਦੇ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਤਾਂ ਕੰਸਨਟਰੇਟ। ਪੰਜਵੇਂ ਦਾ ਬੀ। ਨੈਕਸਟ ਸਪੀਕਿੰਗ ਐਕਸਰਸਾਈਜ਼ ਹੈ, ਬੋਲਣਾ ਹੁਣ ਅਸੀਂ, ਟੀਚਰ ਤੁਹਾਨੂੰ ਕੁਐਸਚਨ ਆਸਕ ਕਰੇਗਾ, ਠੀਕ ਹੈ, ਅਤੇ ਤੁਸੀਂ ਉਹਦੇ ਆਨਸਰ ਸਪੀਕ ਕਰਨੇ ਨੇ। ਲੈਟਸ ਸਪੀਕ ਇੰਗਲਿਸ਼। ਫਸਟ ਹੈ ਵੈਨ ਡਜ਼ ਯੂਅਰ ਬਰਥਡੇ ਫਾਲ, ਤੁਹਾਡਾ ਬਰਥਡੇ ਜਦੋਂ ਕਦੋਂ ਆਉਂਦਾ ਹੈ, ਤਾਂ ਤੁਸੀਂ ਦੱਸਣਾ, ਜਿਵੇਂ 1 ਜਨਵਰੀ ਆਉਂਦਾ, ਜਾਂ ਜਿਹੜੀ ਵੀ ਡੇਟ ਹੈਗੀ ਤੁਸੀਂ ਉਹ ਦੱਸਣੀ ਹੈ। ਸੈਕਿੰਡ, ਡੂ ਯੂ ਹੈਵ ਐਨੀ ਸੋਸ਼ਲ ਮੀਡੀਆ ਅਕਾਊਂਟ, ਕੀ ਤੁਸੀਂ ਸੋਸ਼ਲ ਮੀਡੀਆ ਅਕਾਊਂਟ ਬਣਾਇਆ ਹੋਇਆ? ਤਾਂ ਹਰ ਇੱਕ ਬੱਚੇ ਨੇ ਅੱਜ ਕੱਲ੍ਹ ਸੋਸ਼ਲ ਮੀਡੀਆ ਅਕਾਊਂਟ ਬਣਾਇਆ ਹੋਇਆ, ਤਾਂ ਤੁਸੀਂ ਕੀ ਕਹਿਣਾ? ਯੈਸ। ਤਾਂ ਜਿਹੜੇ ਹੈਗਾ ਤੁਸੀਂ ਉਹ ਵੀ ਦੱਸ ਸਕਦੇ ਹੋ ਵੀ ਕਿਹੜਾ ਫੇਸਬੁੱਕ 'ਤੇ ਬਣਾਇਆ ਜਾਂ ਯੂਟਿਊਬ 'ਤੇ ਬਣਾਇਆ, ਠੀਕ ਹੈ, ਅਕਾਊਂਟ ਤੁਹਾਡਾ ਬਣਿਆ ਹੋਇਆ। ਥਰਡ ਹੈ ਹਾਊ ਮਚ ਟਾਈਮ ਡੂ ਯੂ ਸਪੈਂਡ ਔਨ ਯੂਰ ਸਟੱਡੀ, ਪੜ੍ਹਾਈ ਦੇ ਉੱਤੇ ਕਿੰਨਾ ਟਾਈਮ ਤੁਸੀਂ ਲਗਾਉਂਦੇ ਹੋ? ਤਾਂ ਤੁਸੀਂ ਕਹੋਗੇ 2 ਆਵਰਸ, ਠੀਕ ਹੈ, 2 ਘੰਟੇ, ਜਾਂ ਜਿੰਨੇ ਵੀ ਟਾਈਮ ਤੁਸੀਂ ਸਪੈਂਡ ਕਰਦੇ ਹੋ। ਫੋਰਥ ਹੈ ਡੂ ਯੂ ਸਪੈਂਡ ਟਾਈਮ ਵਿਦ ਯੂਰ ਪੇਰੈਂਟਸ, ਮਾਂ ਬਾਪ ਨਾਲ ਟਾਈਮ ਸਪੈਂਡ ਕਰਦੇ ਹੋ? ਯੈਸ। ਪੰਜਵਾਂ, ਸਾਰੀ ਲਾਈਨ ਬੋਲਣੀ ਤੁਸੀਂ, ਯੈਸ ਆਈ ਸਪੈਂਡ ਮਾਈ ਟਾਈਮ ਵਿਦ ਮਾਈ ਪੇਰੈਂਟਸ, ਤਾਂ ਯੂਅਰ ਪੁੱਛਿਆ ਨੇ ਤੁਹਾਡਾ, ਤੁਸੀਂ ਇੱਥੇ ਕੀ ਕਹੋਗੇ? ਮਾਈ ਪੇਰੈਂਟਸ। ਪੰਜਵਾਂ, ਹਾਊ ਡੂ ਯੂ ਸ਼ੋ ਰਿਸਪੈਕਟ ਟੂ ਯੂਰ ਪੇਰੈਂਟਸ, ਤੁਸੀਂ ਆਪਣੇ ਮਾਤਾ ਪਿਤਾ ਨੂੰ ਕਿਵੇਂ ਰਿਸਪੈਕਟ ਸ਼ੋ ਕਰਦੇ ਹੋ? ਤਾਂ ਤੁਸੀਂ ਇੱਥੇ ਇਹ ਵੀ ਕਹਿ ਸਕਦੇ ਹੋ ਆਈ ਓਬੇ ਦੈਮ, ਮੈਂ ਆਪਣੇ ਮਾਂ ਬਾਪ ਦੀ ਆਗਿਆ ਦਾ ਪਾਲਣ ਕਰਦਾ ਹਾਂ, ਜਾਂ ਆਈ ਟੱਚ ਦੇਅਰ ਫੀਟ ਇਨ ਦਾ ਮੋਰਨਿੰਗ, ਤਾਂ ਮੈਂ ਸਵੇਰੇ ਉੱਠ ਕੇ ਉਹਨਾਂ ਦੇ ਪੈਰੀ ਹੱਥ ਲਗਾਉਂਦਾ ਹਾਂ। ਅੱਗੇ ਤੁਹਾਨੂੰ ਇੱਧਰ ਦਿੱਤਾ ਹੋਇਆ ਟਾਈਮ ਹੈ ਨਾ, ਸਾਹਮਣੇ ਤੁਹਾਨੂੰ ਦੇਖੋ ਟਾਈਮ ਦੇ ਬਾਰੇ ਦੱਸਿਆ ਹੋਇਆ, ਕਹਿੰਦੇ ਟਾਈਮ ਦੇ ਬਾਰੇ ਤੁਸੀਂ ਕੀ ਕਰਨਾ? ਲਾਈਨਸ ਬੋਲਣੀਆਂ ਨੇ। ਅੱਗੇ ਤੁਹਾਨੂੰ ਆਪਸ਼ਨਸ ਦਿੱਤੇ ਹੋਏ ਆ, ਜਿਵੇਂ ਵੈਰੀ ਇੰਪੋਰਟੈਂਟ, ਤਾਂ ਕੀ ਇੰਪੋਰਟੈਂਟ ਹੈ ਤੁਸੀਂ ਇੱਥੇ ਲਿਖ ਦੋਗੇ ਟਾਈਮ ਇਜ਼ ਵੈਰੀ ਇੰਪੋਰਟੈਂਟ, ਠੀਕ ਹੈ, ਟਾਈਮ ਇਜ਼ ਵੈਰੀ ਇੰਪੋਰਟੈਂਟ, ਸਾਰੀ ਲਾਈਨ ਪਿੱਛੇ ਉਵੇਂ ਆ ਜਾਏਗੀ। ਅੱਗੇ ਕੀ ਹੈ? ਐਵਰੀ ਸੈਕਿੰਡ ਆਫ ਟਾਈਮ, ਇੱਥੇ ਕੀ ਆ ਜਾਊਗਾ? ਸੈਕਿੰਡ ਤੋਂ ਬਾਅਦ ਕੀ ਆ ਜਾਏਗਾ? ਐਵਰੀ ਸੈਕਿੰਡ ਆਫ ਟਾਈਮ ਇਜ਼ ਪ੍ਰੀਸ਼ੀਅਸ, ਠੀਕ ਹੈ। ਵੰਸ ਲੋਸਟ ਇਜ਼ ਲੋਸਟ ਫੋਰ ਐਵਰ, ਇੱਕ ਵਾਰ ਗੁੰਮ ਗਿਆ ਤਾਂ ਹਮੇਸ਼ਾ ਲਈ ਚਲਾ ਜਾਵੇਗਾ, ਤਾਂ ਕੀ? ਟਾਈਮ। ਵੰਸ ਦੇ ਅੱਗੇ ਤੁਸੀਂ ਟਾਈਮ ਲਾ ਦਿਓ, ਟਾਈਮ ਵੰਸ ਲੋਸਟ। ਨੈਵਰ ਵੇਸਟ ਟਾਈਮ, ਤਾਂ ਇੱਥੇ ਕੀ ਆਊਗਾ? ਵੀ ਸ਼ੁੱਡ, ਠੀਕ ਹੈ, ਨੈਵਰ ਵੇਸਟ ਤੋਂ ਪਹਿਲਾਂ ਕੀ ਆਏਗਾ? ਵੀ ਸ਼ੁੱਡ, ਸਾਨੂੰ ਨਹੀਂ ਚਾਹੀਦਾ, ਵੀ ਸ਼ੁੱਡ ਨੈਵਰ ਵੇਸਟ ਟਾਈਮ। ਇਫ ਵੇਸਟਡ ਦੈਨ ਵੀ ਵਿਲ ਰਿਪੈਂਟ, ਇਫ ਕੀ ਵੇਸਟਡ? ਇਫ ਟਾਈਮ, ਇਫ ਤੋਂ ਬਾਅਦ ਕੀ ਲਾਵਾਂਗੇ? ਇਫ ਟਾਈਮ ਇਜ਼ ਵੇਸਟਡ, ਇਫ ਟਾਈਮ ਇਜ਼ ਵੇਸਟਡ ਦੈਨ ਵੀ ਵਿਲ ਰਿਪੈਂਟ, ਤਾਂ ਫਿਰ ਅਸੀਂ ਪਛਤਾਵਾਂਗੇ। ਪ੍ਰੈਜੈਂਟ ਟਾਈਮ ਇਜ਼ ਦਾ ਬੈਸਟ, ਅੱਜ ਜਿਹੜਾ ਟਾਈਮ ਵਰਤਮਾਨ ਚੱਲ ਰਿਹਾ ਇਹ ਕੀ ਹੈ? ਬੈਸਟ ਟਾਈਮ। ਬੈਸਟ ਤੋਂ ਬਾਅਦ ਕੀ ਲਾ ਦਾਂਗੇ ਆਪਾਂ? ਬੋਲਾਂਗੇ ਟਾਈਮ। ਇਸ ਤਰ੍ਹਾਂ ਤੁਸੀਂ ਬੋਲਣ ਦੀ ਟਰਾਈ ਕਰਨੀ ਹੈ ਅਤੇ ਆਪਣੀ ਇੰਗਲਿਸ਼ ਸਪੀਕਿੰਗ ਨੂੰ ਇੰਪਰੂਵ ਕਰਨਾ। ਨਾਓ ਵੀ ਹੈਵ ਰੀਡਿੰਗ ਕੰਪਰੀਹੈਂਸ਼ਨ, ਇਸ ਪੈਰੇ ਨੂੰ ਕੰਪਰੀਹੈਂਸ਼ਨ ਅਸੀਂ ਪੜ੍ਹਾਂਗੇ ਅਤੇ ਫਿਰ ਕੁਐਸਚਨਸ ਦੇ ਆਨਸਰ ਦੇਵਾਂਗੇ। ਪਹਿਲਾਂ ਸਾਰਾ ਰੀਡ ਕਰ ਲਿਆ ਤੁਸੀਂ ਨੇ, ਇਹਨੂੰ ਰੀਡ ਕਰ ਲਿਓ। ਅਤੇ ਕੁਐਸਚਨ ਹੈ ਦ ਨਿਊ ਈਅਰ ਈਵ ਰੈਫਰਸ ਟੂ, ਤਾਂ ਨਿਊ ਈਅਰ ਕਿਹਨੂੰ ਕਿਹਾ ਜਾਂਦਾ ਹੈ? ਤਾਂ ਈਵਨਿੰਗ ਆਫ
31 December, ठीक है। 31 ਦਸੰਬਰ ਦੀ ਜਿਹੜੀ ਸ਼ਾਮ ਹੁੰਦੀ ਆ ਉਸਨੂੰ ਕਹਿੰਦੇ ਨੇ ਨਿਊ ਈਅਰ ਈਵ, ਕਿਉਂਕਿ ਇਸ ਤੋਂ ਬਾਅਦ ਨਵਾਂ ਸਾਲ ਚੜ੍ਹ ਜਾਂਦਾ ਤਾਂ ਇੱਥੇ ਖਤਮ ਹੁੰਦਾ ਤਾਂ ਇਹਨੂੰ ਨਿਊ ਈਅਰ ਈਵਨਿੰਗ, ਠੀਕ ਹੈ। ਮਤਲਬ ਕਿ ਇਹ ਸਾਲ ਖਤਮ ਹੋ ਜਾਏਗਾ ਤਾਂ ਨਿਊ ਈਅਰ ਦੀ ਮਾਰਨਿੰਗ ਸਟਾਰਟ ਹੋਊਗੀ ਅਤੇ ਇਹ ਉਸ ਤੋਂ ਪਹਿਲਾਂ ਦੇ ਦਿਨ ਦੀ ਕੀ ਹੈ, ਸ਼ਾਮ ਹੈ। ਬੀ ਆਏਗਾ ਰਾਜੇ, ਠੀਕ ਹੈ। ਸੈਕਿੰਡ ਹੈ ਵਾਈ ਵਰ ਦ ਸਲੀਪਰਸ ਨਾਟ ਗੁੱਡ ਇਨਫ, ਤਾਂ ਉਹ ਸਲੀਪਰ ਇੰਨੇ ਚੰਗੇ ਕਿਉਂ ਨਹੀਂ ਸੀਗੇ, ਕਿਉਂਕਿ ਇਹ ਕੀ ਸੀ, ਉਹਦੀ ਮਦਰ ਦੇ ਸੀ ਅਤੇ ਬਹੁਤ ਵੱਡੇ ਸੀ। ਫਸਟ ਆਏਗਾ। ਥਰਡ, ਸ਼ੀ ਵਾਜ਼ ਅਫਰੇਡ ਆਫ ਦ 2 carriages ਸੋ ਸ਼ੀ ਰੈਨ ਫਾਸਟ ਟੂ, ਉਹਨੂੰ ਡਰ ਸੀਗਾ 2 ਗੱਡੀਆਂ ਤੋਂ, ਇਸ ਕਰਕੇ ਉਹ ਬਹੁਤ ਤੇਜ਼ੀ ਦੇ ਨਾਲ ਭੱਜੀ। ਕਾਹਦੇ ਤੋਂ ਬਚਣ ਵਾਸਤੇ, escape from the carriages। ਚੌਥਾ ਹੈ ਵਾਈ ਵਰ ਹਰ ਫੀਟ ਰੈਡ ਐਂਡ ਬਲੂ, ਉਹਦੇ ਪੈਰ ਲਾਲ ਅਤੇ ਨੀਲੇ ਕਿਉਂ ਹੋ ਗਏ ਸੀ, ਕਿਉਂਕਿ ਇਟਸ ਵੈਰੀ ਕੂਲ, ਠੀਕ ਹੈ, ਬਹੁਤ ਜ਼ਿਆਦਾ ਠੰਡ ਸੀ, ਬਿਕੋਜ਼ ਆਫ ਕੋਲਡ, ਠੰਡ ਕਾਰਨ। ਰਾਈਟਿੰਗ ਕੰਪਰੀਹੈਂਸ਼ਨ ਦੇ ਵਿੱਚ ਸਾਡੇ ਕੋਲ ਦਿੱਤਾ ਹੋਇਆ ਇਹਨਾਂ ਨੇ ਬਜਟਿੰਗ ਆਫ ਟਾਈਮ ਬਹੁਤ ਮਹੱਤਵਪੂਰਨ ਹੈ। ਕਹਿੰਦੇ ਟਾਈਮ ਦਾ ਸੈੱਟ ਕਰਨਾ, ਕਿੰਨਾ ਟਾਈਮ ਕਿਹੜੀ ਚੀਜ਼ 'ਤੇ ਖਰਚ ਕਰਨਾ, ਹੈ ਨਾ, ਤਾਂ ਇਹ ਬਹੁਤ ਮਹੱਤਵਪੂਰਨ ਹੈ। ਅਤੇ ਇਹਦੇ ਉੱਤੇ ਆਪਾਂ ਜਿਹੜੇ ਹਿੰਟ ਦਿੱਤੇ ਹੋਏ ਨੇ ਆਹ ਵਾਲੇ, ਇਹਨਾਂ ਦੇ ਅਕੋਰਡਿੰਗ ਆਪਾਂ ਲਾਈਨਸ ਲਿਖਣੀਆਂ ਨੇ। ਵੋਕੈਬਲਰੀ ਦੇ ਵਿੱਚ ਅਰੇਂਜ ਕਰਕੇ ਲਿਖਣੇ ਅਲਫਾਬੈਟਿਕਲੀ, ਮਤਲਬ ABC ਦੇ ਅਕੋਰਡਿੰਗ ਆਪਾਂ ਜਿਹੜਾ ਜਿਵੇਂ TO ਪਹਿਲਾਂ ਦਿੱਤਾ ਹੋਇਆ ਇਹਨਾਂ ਨੇ, ਇਹ ਆਪਾਂ ਐਵੇਂ ਨਹੀਂ ਲਿਖਣੇ, ਆਪਾਂ ਪਹਿਲਾਂ TA ਵਾਲਾ ਚੱਕਾਂਗੇ, A ਤੋਂ ਬਾਅਦ BCDEFG I ਆ ਗਿਆ ਨਾ, T ਤੋਂ ਬਾਅਦ I ਲਿਖਤਾ, ਫਿਰ D ਆਇਆ, ਇਹਦੇ ਨਾਲ D ਤੋਂ ਬਾਅਦ ਕੀ ਆਉਂਦਾ, M ਆਉਂਦਾ, ਹੈ ਨਾ, ਫਿਰ ਆਪਾਂ T ਤੋਂ ਬਾਅਦ ਕੀ ਹੈ, MNO OPQR TR ਆਊਗਾ। ਇਸ ਤਰ੍ਹਾਂ ਅਲਫਾਬੈਟਿਕਲੀ ਲਿਖਣਾ ਆਪਾਂ। ਅੱਗੇ ਸੋਲਵ ਦਾ ਕ੍ਰੋਸਵਰਡ ਪਜ਼ਲ, ਠੀਕ ਹੈ। ਪਜ਼ਲ ਆਪਾਂ ਬੁਝਾਰਤ ਹੈ ਜਿਹੜੇ ਆਉਣ ਦਾ ਸਿਨੋਨਿਮ ਆਫ ਫॉर ਵੈਰੀ ਸ਼ਾਰਟ ਟਾਈਮ ਦੇ ਵਾਸਤੇ ਆਪਾਂ ਜਿਹੜੇ ਹੈਗੇ ਆ, ਆਪਾਂ ਨੂੰ ਇੱਕ ਪਜ਼ਲ ਦਿੱਤੀ ਹੋਈ ਹੈ, ਆਪਾਂ ਉਹਨੂੰ ਦੇਖ ਕੇ ਆਪਾਂ ਉਹਨੂੰ ਕੰਪਲੀਟ ਕਰਾਂਗੇ। ਫਸਟ ਦੇ ਵਿੱਚ ਮਿੰਟ ਬਣ ਗਿਆ ਨਾ, ਮਿੰਟ ਵੀ ਬਣ ਗਿਆ ਆਪਣਾ। ਅਗਲਾ ਇੰਸਟੈਂਟ ਵੀ ਬਣ ਗਿਆ ਆਪਣਾ, ਇਹ ਵੀ ਬਣ ਗਿਆ। ਅੱਗੇ ਇੱਧਰਲੀ ਸਾਈਡ 'ਤੇ ਆਪਣੇ ਕੋਲ ਕੀ ਬਣੇਗਾ, ਮਾਈਕਰੋ ਇੱਥੇ ਬਣੇਗਾ SECON ਸੈਕਿੰਡ, ਮਾਈਕਰੋ ਸੈਕਿੰਡ। ਇੱਧਰ ਆਪਣੇ ਕੋਲ ਬਣੇਗਾ ਬਿਟ, ਇੱਥੇ BIT ਬਿਟ ਬਣ ਗਿਆ ਨਾ, ਬਿਟ ਵੀ ਬਣ ਗਿਆ ਆਪਣਾ। ਫਿਰ ਜ਼ੀਫੀ ਬਣ ਗਿਆ ਆਪਣਾ। ਸਾਰੇ ਜਿਹੜੇ ਵਰਡਸ ਨੇ ਉਹ ਬਣੀ ਜਾਂਦੇ ਆਪਣੇ, ਤੁਸੀਂ ਇਹਨਾਂ ਨੂੰ ਚੈੱਕ ਕਰ ਲੈਣਾ। ਜਿਵੇਂ ਇੱਧਰ ਮੋਮੈਂਟ MENT ਮੋਮੈਂਟ, ਠੀਕ ਹੈ, ਇਹ ਵੀ ਬਣ ਗਿਆ ਆਪਣਾ। ਅਤੇ ਸਾਰੇ ਵਰਡਸ ਜਿਹੜੇ ਵਿੰਕ ਬਣ ਰਿਹਾ, ਅਤੇ ਕੰਪਲੀਟ ਤੁਸੀਂ ਕਰ ਲੈਣਾ ਗਾ ਅਤੇ ਸਮਝ ਲੈਣਾ। ਓਕੇ ਰਾਜੇ। ਆਬਜੈਕਟਿਵ ਟਾਈਪ ਕੁਐਸਚਨਸ ਨੇ। ਆਬਜੈਕਟਿਵ ਟਾਈਪ ਕੁਐਸਚਨਸ ਹੈ ਮਨੀ ਮੇਕਸ ਦਾ, ਮਨੀ ਕੀ ਬਣਾਉਂਦੀ ਆ, ਦਾਮ ਬਣਾਏ ਕਾਮ, ਮਨੀ ਮੇਕਸ ਦਾ ਮੇਅਰ ਗੋ। ਐਨ ਅਪਰਚੁਨਿਟੀ ਮਿਸਡ ਇਜ਼ ਐਨ ਅਪਰਚੁਨਿਟੀ ਲਾਸਟ, ਇੱਕ ਵਾਰ ਆਪਾਂ ਇੱਕ ਮੌਕਾ ਹੱਥੋਂ ਨਿਕਲ ਗਿਆ ਤਾਂ ਹਮੇਸ਼ਾ ਦੇ ਲਈ ਹੱਥੋਂ ਨਿਕਲ ਜਾਂਦਾ ਹੈ। ਪਾਵਰ ਆਫ ਟਾਈਮ ਇਜ਼ ਗ੍ਰੇਟਰ ਦੈਨ ਦੈਟ ਆਫ, ਟਾਈਮ ਜਿਹੜਾ ਸਭ ਤੋਂ ਵੱਡਾ ਹੈਗਾ, ਟਾਈਮ ਕਿਹਦੇ ਤੋਂ ਵੱਡਾ ਹੈਗਾ, ਮਨੀ। ਦ ਹੈਬਿਟ ਆਫ ਪੰਕਚੁਅਲਿਟੀ ਹੈਲਪਸ ਅਸ ਅ ਲੋਟ, ਤਾਂ ਅਸੀਂ ਜੇ ਪੰਕਚੁਅਲ ਰਹਿੰਦੇ ਹਾਂ, ਸਮੇਂ ਦੇ ਪਾਬੰਦ ਰਹਿੰਦੇ ਹਾਂ ਤਾਂ ਇਹ ਸਾਡੀ ਹੈਲਪ ਕਰਦੀ ਹੈ। ਸਹੀ ਹੈ। ਐਵਰੀ ਮੋਮੈਂਟ ਇਜ਼ ਪ੍ਰੀਸ਼ੀਅਸ, ਹਰ ਪਲ ਬਹੁਤ ਕੀਮਤੀ ਹੈ। ਟਰੂ। ਟਰਾਂਸਲੇਸ਼ਨ, ਹੁਣ ਸਾਨੂੰ ਇੰਗਲਿਸ਼ ਦਿੱਤੀ ਹੋਈ ਹੈ, ਪੰਜਾਬੀ ਬਣਾਉਣੀ ਹੈ। ਐਵਰੀ ਸੈਕਿੰਡ ਇਨ ਲਾਈਫ ਇਜ਼ ਇੰਪੋਰਟੈਂਟ, ਜ਼ਿੰਦਗੀ ਵਿੱਚ ਹਰ ਪਲ ਮਹੱਤਵਪੂਰਨ ਹੈ। ਮਨੀ ਮੇਕਸ ਦਾ ਮੇਅਰ ਗੋ, ਦਾਮ ਬਣਾਏ ਕਾਮ। ਤੀਸਰਾ, ਟਾਈਮ ਐਂਡ ਟਾਈਡ ਵੇਟ ਫॉर ਨਨ, ਤਾਂ ਸਮਾਂ, ਟਾਈਮ ਨੇ ਸਮਾਂ, ਟਾਈਡ ਬਣੇ ਲਹਿਰਾਂ, ਸਮਾਂ ਅਤੇ ਲਹਿਰਾਂ ਕਿਸੇ ਦਾ ਵੇਟ ਨਹੀਂ ਕਰਦੀਆਂ, ਇੰਤਜ਼ਾਰ ਨਹੀਂ ਕਰਦੇ। ਚੌਥਾ ਹੈ ਆਪਣੇ ਕੋਲ ਵਨ ਮਸਟ ਲਰਨ ਟੂ ਬੀ ਪੰਕਚੁਅਲ ਇਨ ਆਲ ਵਨਸ ਐਕਟੀਵਿਟੀਜ਼, ਸਾਰੀ ਗਤੀਵਿਧੀਆਂ ਵਿੱਚ ਸਮੇਂ ਦੇ ਪਾਬੰਦ ਹੋਣਾ ਸਿੱਖਣਾ ਚਾਹੀਦਾ ਹੈ। ਪੰਜਵਾਂ, ਇਟਸ ਨੋ ਯੂਜ਼ ਕ੍ਰਾਈਂਗ ਓਵਰ ਸਪਿਲਡ ਮਿਲਕ, ਤਾਂ ਕਹਿੰਦੇ ਘਟਨਾ ਹੋ ਜਾਣ ਤੋਂ ਰੋਣ ਦਾ ਕੋਈ ਫਾਇਦਾ ਨਹੀਂ ਹੁੰਦਾ। ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁੱਕ ਗਈ ਖੇਤ, ਤਾਂ ਜਦੋਂ ਕੰਮ ਜਿਹੜਾ ਸਾਰਾ ਖਰਾਬ ਹੋ ਜਾਵੇ ਫਿਰ ਇਸ ਤੋਂ ਬਾਅਦ ਪਛਤਾਉਣ ਦਾ ਕੋਈ ਫਾਇਦਾ ਨਹੀਂ। ਥੈਂਕ ਯੂ ਸਟੂਡੈਂਟਸ ਫॉर watching and we will be meet again with next video.